ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਪਿਆਰੇ ਤੁਸੀਂ ਸਭ ਬਾਖੂਬੀ ਜਾਣਦੇ ਹੋ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗਾਇਬ ਹੋਏ 328 ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦਾ ਮਸਲਾ ਅਜੇ ਤੱਕ ਖਤਮ ਨਹੀਂ ਹੋਇਆ। ਹੁਣ ਇਸੇ ਦੇ ਨਾਲ ਹੋਰ ਵੀ ਕਈ ਮਸਲੇ ਉੱਠਣੇ ਸ਼ੁਰੂ ਹੋ ਗਏ ਨੇ, ਜਿੱਦਾਂ SGPC ਦੀ ਲਾਪਰਵਾਹੀ ਕਰਕੇ ਸੈਂਕੜੇ ਸਰੂਪਾਂ ਦਾ ਵਿਦੇਸ਼ ਭੇਜਿਆ ਜਾਣਾ ਤੇ ਫਿਰ ਉੱਥੇ ਉਹਨਾਂ ਸਰੂਪਾਂ ਦਾ ਖਰਾਬ ਹੋ ਜਾਣਾ। ਹੋਰ ਤਾਂ ਹੋਰ ਇਹਨਾਂ ਦੀਆਂ ਘਟੀਆ ਹਰਕਤਾਂ ਕਰਕੇ ਇਹ ਸਰੂਪ ਚਾਈਨਾ ਵਿਖੇ ਵੀ ਛਪੇ ਸਨ। ਇਹ ਸਾਰੀਆਂ ਗੱਲਾਂ ਤੋਂ ਪਰਦਾ ਚੱਕਿਆ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਜੀ ਨੇ। ਆਓ ਪਹਿਲਾਂ ਸਿੰਘ ਸਾਹਿਬ ਜੀ ਦੀਆਂ ਗੱਲਾਂ ਸੁਣਦੇ ਹਾਂ, ਬਾਕੀ ਦੀਆਂ ਗੱਲਾਂ ਬਾਅਦ ਵਿੱਚ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰੇ ਖਾਲਸਾ ਜੀਓ, ਅੱਜ ਮੈਂ ਆਪ ਸਭ ਦੇ ਰੂਬਰੂ ਇਸ ਕਰਕੇ ਹੋ ਰਿਹਾ ਕਿਉਂਕਿ ਸਾਡੇ ਕੋਲ ਇੱਕ ਬਹੁਤ ਵੱਡਾ ਮਸਲਾ ਸਾਡੀ ਕੌਮ ਤੇ, ਕਿਉਂਕਿ ਸਾਡੀ ਕੌਮ ਇੱਕ ਬਹੁਤ ਵੱਡਾ ਪਰਿਵਾਰ ਆ, ਜਿਸ ਪਰਿਵਾਰ ਨੂੰ ਬਣਾਉਣ ਲਈ ਦਸਮ ਪਾਤਸ਼ਾਹ ਨੇ, ਗੁਰੂ ਨਾਨਕ ਸਾਹਿਬ ਜੀ ਨੇ 250 ਸਾਲ ਲਾਏ ਤੇ ਸ਼ਹੀਦੀਆਂ ਦਿੱਤੀਆਂ ਤੇ ਜਦੋਜਹਿਦ ਕੀਤੀ। ਤਾਂ ਉਸ ਪਰਿਵਾਰ ਦਾ ਜਿਹੜਾ ਮਿਸ਼ਨ ਆ, ਜਿਹੜਾ ਸਿਧਾਂਤ ਆ, ਅੱਜ ਉਹਦਾ ਮੂਲ ਖਤਰੇ 'ਚ ਪਿਆ ਹੋਇਆ। ਅਸੀਂ ਇਹ ਦੇਖ ਰਹੇ ਹਾਂ ਕਿ 550 ਸਾਲ ਪਹਿਲਾਂ, 450 ਸਾਲ ਪਹਿਲਾਂ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇੱਕ ਸਾਨੂੰ ਅਕਾਲ ਪੁਰਖ ਸੱਚੇ ਵਾਹਿਗੁਰੂ ਦੇ ਦਰ ਦੀ ਬਾਣੀ ਦਿੱਤੀ, ਭਾਈ ਗੁਰਦਾਸ ਜੀ ਨੇ ਲਿਖੀ। ਤੋਂ ਆਦਿ ਗ੍ਰੰਥ ਜਦੋਂ ਉਹਨਾਂ ਨੇ ਲਿਖਿਆ, ਉਸ ਸਮੇਂ ਥੋੜ੍ਹੀ ਦੇਰ ਬਾਅਦ ਹੀ, ਕੁਝ ਸਾਲਾਂ ਬਾਅਦ ਹੀ ਉਹ ਗ੍ਰੰਥ ਜਿਹੜਾ ਉਹ ਧੀਰਮਲੀਆਂ ਦੇ ਕਬਜ਼ੇ ਚਲੇ ਗਿਆ। ਤੋ ਧੀਰਮਲ ਨੇ, ਉਹਦੇ ਵੰਸ਼ ਨੇ, ਉਹ 450 ਸਾਲ ਤੋਂ ਲੈ ਕੇ ਅੱਜ ਤੱਕ ਉਸ ਨੂੰ ਹਿੱਕ ਨਾਲ ਲਾ ਕੇ ਰੱਖਿਆ। ਤੋ ਅਸੀਂ ਉਹਨਾਂ ਨੂੰ 500 ਛੇਕਿਆ ਹੋਇਆ, ਗੁਰੂ ਕਾਲ ਤੋਂ ਹੀ ਉਹ 500 ਛੇਕੇ ਹੋਏ ਨੇ। ਅੱਜ ਸਾਨੂੰ ਪੰਜ ਸਿੰਘ ਜਦੋਂ ਅੰਮ੍ਰਿਤ ਦੀ ਦਾਤ ਦਿੰਦੇ ਨੇ ਤੇ ਉਹ ਸਾਨੂੰ ਹਦਾਇਤ ਕਰਦੇ ਨੇ ਕਿ ਧੀਰਮਲੀਆਂ ਤੇ ਰਾਮ ਰਈਆਂ ਦੇ ਮਰਨੇ ਪਰਨੇ ਤੇ ਨਹੀਂ ਜਾਣਾ। ਇਹ ਗੁਰੂ ਸਾਹਿਬ ਦੇ ਹੁਕਮ ਨੇ। ਪਰ ਉਹ ਸਾਡੇ ਦੁਸ਼ਮਣ ਹੋਣ ਦੇ ਬਾਵਜੂਦ ਵੀ ਉਹਨਾਂ ਨੇ ਗੁਰੂ ਦੀ ਆਤਮਾ ਨੂੰ ਹਿੱਕ ਨਾਲ ਲਾ ਕੇ ਰੱਖਿਆ, ਲੁਕਾ ਕੇ ਰੱਖਿਆ ਤੇ ਉਹਨਾਂ ਦੇ ਕੋਲ ਸੁਰੱਖਿਅਤ ਆ। ਤੋ ਅਸੀਂ ਏਡਾ ਵੱਡਾ ਪਰਿਵਾਰ, ਜਾਂ ਤੇ ਅਸੀਂ ਸਾਰੇ ਅੱਜ ਬੇਬਸ ਹਾਂ, ਸਾਡੀ ਪੇਸ਼ ਨਹੀਂ ਜਾ ਰਹੀ ਇੱਕ ਵਿਅਕਤੀ ਦੇ ਸਾਹਮਣੇ, ਇੱਕ ਪਰਿਵਾਰ ਦੇ ਸਾਹਮਣੇ, ਤੋ ਜਾਂ ਫਿਰ ਕਿਤੇ ਨਾ ਕਿਤੇ ਅਸੀਂ ਸਾਰੇ ਜਵਾਬਦੇ ਹਾਂ। ਤੋ ਅੱਜ ਮਸਲਾ ਸੈਂਕੜੇ ਸਰੂਪਾਂ ਦਾ। ਅਸੀਂ ਤੇ ਇੱਕ ਸਰੂਪ ਦਾ ਵੀ ਹਿਸਾਬ ਕਿਤਾਬ ਲੈਣਾ ਕਿ ਇੱਕ ਸਰੂਪ ਵੀ ਸਾਨੂੰ ਮਿਸ ਹੋਇਆ ਜਾਂ ਕਿਤੋਂ ਬਰਾਮਦ ਹੋਇਆ ਤੇ ਉਸ ਹਾਲਤ 'ਚ ਹੋਇਆ ਜੇ ਅਸੀਂ ਬਰਦਾਸ਼ਤ ਨਾ ਕਰ ਸਕੀਏ ਤੇ ਸਾਡੇ ਲਈ ਮਰਨਾ ਹੋਊਗਾ। ਤੋ ਅਸੀਂ ਏਡੀ ਵੱਡੀ ਸੰਸਥਾ, ਉਹਦਾ ਕਿਲੇ ਵਰਗਾ ਭਵਨ, ਉਹਦੇ ਵਿੱਚੋਂ ਕਦੀ PDF ਚੋਰੀ ਹੋ ਜਾਂਦੀ ਹੈ ਤੇ ਆਪਣੇ ਹੀ ਉਹਨਾਂ ਦੇ ਅਧਿਕਾਰੀ ਕਰਦੇ ਨੇ, ਦੂਸਰੀ ਜਗ੍ਹਾ ਸਰੂਪ ਛਾਪ ਰਹੇ ਨੇ। ਤੋ ਸਰੂਪ ਛਾਪਣ ਦਾ ਜਿਹੜਾ ਸਿਲਸਿਲਾ ਹੈ, ਜਾਂ ਇਹ ਬੜੇ ਸਨ 98 ਤੋਂ ਬੜਾ ਇੱਕ ਵਿਧੀਵਤ ਤਰੀਕੇ ਨਾਲ ਇਹ ਤੈਅ ਕੀਤਾ ਗਿਆ ਸੀ ਕਿ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਪ੍ਰਬੰਧਕ ਕਮੇਟੀ ਦੀ ਰਾਹੀਂ ਛਪੂਗਾ ਔਰ ਇਹਦੀ ਫੇਸਬੁੱਕ ਤੇ ਕਾਲਮ ਹੋਊਗਾ ਜਿੱਥੇ ਪ੍ਰਬੰਧਕ ਕਮੇਟੀ ਇਹ ਨੋਟ ਲਿਖੂਗੀ, ਉਹਦੀ ID ਜਿਹੜਾ ਲੈ ਕੇ ਜਾ ਰਿਹਾ ਤੇ ਉਹਦਾ ਐਡਰੈਸ ਜਿੱਥੇ ਮਹਾਰਾਜ ਦਾ ਪ੍ਰਕਾਸ਼ ਹੋਣਾ, ਇਹ ਜ਼ਰੂਰੀ ਹੋਣਗੇ। ਤੋ ਉਹਦਾ ਲੇਖਾ ਜੋਖਾ ਕਿਤੇ ਵੀ ਕੋਈ ਘਟਨਾ ਘਟੇ ਤੇ ਉਹ ਪ੍ਰਬੰਧਕ ਕਮੇਟੀ ਦਾ ਸੈਕਟਰੀ ਉਸੇ ਟਾਈਮ ਤੇ ਇਹ ਬਿਆਨ ਦੇ ਸਕੇ ਕਿ ਇਹਦੇ ਲਈ ਇਹ ਪਿੰਡ, ਇਹ ਜਗ੍ਹਾ, ਇਹ ਵਿਅਕਤੀ ਜ਼ਿੰਮੇਵਾਰ ਨੇ, ਜਾਂ ਇੱਥੇ ਇਹ ਮਹਾਰਾਜ ਦਾ ਸਰੂਪ ਗਿਆ। ਲੇਕਿਨ ਅੱਜ ਤਮਾਸ਼ਾ ਬਣ ਗਿਆ। ਮੈਂ ਤੁਹਾਨੂੰ ਅਸਲੀਅਤ ਦੱਸ ਰਿਹਾ। ਕੁਝ ਸਮਾਂ ਪਹਿਲਾਂ ਇਹ ਸਰੂਪ ਸਾਡੀ ਪ੍ਰਬੰਧਕ ਕਮੇਟੀ ਦੇ ਅਧਿਕਾਰੀਆਂ ਦੀ ਬੇਵਕੂਫੀ ਦੀ ਵਜ੍ਹਾ ਨਾਲ ਚਾਈਨਾ 'ਚ ਵੀ ਛਪੇ ਤੇ ਉਹ USA ਗਏ ਤੇ ਦਿੱਤੇ ਗਏ ਲੋਕਾਂ 'ਚ। ਉਹਦਾ ਆਕਾਰ ਛੋਟਾ, ਉਹਦੀਆਂ ਤਸਵੀਰਾਂ ਮੇਰੇ ਕੋਲ ਮੌਜੂਦ ਨੇ। ਇਹ ਸਰੂਪ ਜਦੋਂ ਕੈਨੇਡਾ ਗਏ ਤਾਂ ਉਦੋਂ ਜਿਹੜਾ ਸਮੁੰਦਰ ਦੇ ਪਾਣੀ ਦੀ ਵਜ੍ਹਾ ਨਾਲ ਬੱਸ ਵੀ ਖਰਾਬ ਹੋਈ ਤੇ ਸਰੂਪ ਵੀ ਖਰਾਬ ਹੋਏ ਤੇ ਬੱਸ ਜਿਹੜੀ ਉੱਥੇ ਨਿਲਾਮ ਕੀਤੀ ਗਈ 8 ਲੱਖ 'ਚ, ਤੇ ਇੱਥੇ ਉਸ ਬੱਸ ਦਾ ਰਿਕਾਰਡ ਹੀ ਹੈ ਨਹੀਂ। ਇਸ ਤੋਂ ਇਲਾਵਾ ਇੱਕ ਦਿੱਲੀ 'ਚ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਕਿਰਪਾ ਨਾਲ ਇੱਕ ਡੇਰੇ ਨੂੰ ਸਰੂਪ ਦਿੱਤੇ ਗਏ ਬਹੁਤ ਵੱਡੀ ਮਾਤਰਾ 'ਚ। ਉਹ ਜਮਨਾ 'ਚੋਂ ਮਿਲੇ ਕਈ ਸਾਲ ਪਹਿਲਾਂ, ਜ਼ਿਆਦਾ ਸਮਾਂ ਨਹੀਂ, 7-8 ਸਾਲ ਪਹਿਲਾਂ ਉਹ ਜਮਨਾ 'ਚੋਂ ਮਿਲੇ। ਇੱਥੇ ਵੀ
ਬਰਗਾੜੀ ਦਾ ਕਾਂਡ ਲੈ ਲਓ ਜਾਂ ਕਿਤੇ ਵੀ ਤੁਸੀਂ ਦੇਖ ਸਕਦੇ ਹੋ। ਅੱਜ ਜਿਹੜਾ ਪ੍ਰਬੰਧਕ ਕਮੇਟੀ 'ਚ ਅਸੀਂ ਜਿਹੜਾ ਖਾਸ ਕਰਕੇ ਸਾਡੀ ਸੰਸਥਾ ਦੇ ਕਿਲੇ 'ਚ ਜੋ ਕੁਝ ਹੋਇਆ, ਉਹ 2016 ਦੀ ਰਾਤ ਨੂੰ ਉੱਥੇ ਇੱਕ ਜਿਹੜੇ ਕਹਿੰਦੇ ਸਰਕਟ ਸ਼ਾਟ ਹੋਇਆ, ਉਹ ਝੂਠ ਆ। ਇਹ ਸਰਕਟ ਸ਼ਾਟ ਕੀਤਾ ਗਿਆ। ਅੱਜ ਉਹ ਇੱਕ ਪ੍ਰੈਸ ਨੋਟ ਹੈ, ਉਹਨਾਂ ਕੋਲ ਇੱਕ ਨੋਟ ਆ, ਦਫ਼ਤਰ ਦਾ ਨੋਟ ਹੈ, ਜਿਹਦੇ ਵਿੱਚ ਬੜਾ ਕਲੀਅਰ ਲਿਖਿਆ ਹੈ ਇਸੇ ਸਾਲ ਦੂਸਰੇ ਮਹੀਨੇ ਦੀ ਰਿਪੋਰਟ ਹੈ। ਉੱਤੇ ਕਮਲਜੀਤ ਸਿੰਘ ਦੇ ਸਾਈਨ ਨੇ, ਉੱਤੇ ਸਾਡੇ ਚੀਫ ਸੈਕਟਰੀ ਦੇ ਸਾਈਨ ਨੇ ਤੇ ਹੋਰ ਅਧਿਕਾਰੀਆਂ ਦੇ ਸਾਈਨ ਨੇ, ਜਿਹਤੇ ਨੋਟ 'ਚ ਲਿਖਿਆ ਹੈ ਕਿ ਗੁਰੂ ਗ੍ਰੰਥ ਸਾਹਿਬ ਭਵਨ ਦੇ ਵਿੱਚ ਇੰਨੇ ਪਲੰਗ, ਇੰਨੇ ਚੰਦੋਏ ਤੇ ਇੰਨੇ ਸਰੂਪ ਮਹਾਰਾਜ ਦੇ 80 ਸਰੂਪ ਰਿਟਨ 'ਚ ਲਿਖਿਆ ਹੋਇਆ ਕਿ ਨਸ਼ਟ ਹੋਏ। ਉਹਨਾਂ ਨੂੰ ਗੋਇੰਦਵਾਲ ਸਾਹਿਬ ਲਿਜਾਇਆ ਗਿਆ, ਗੱਡੀਆਂ ਦੇ ਖਰਚੇ ਪਏ ਹੋਏ, ਲੇਕਿਨ ਗੋਇੰਦਵਾਲ ਦੇ ਵਿੱਚ ਉਹਦਾ ਕੋਈ ਰਿਕਾਰਡ ਨਹੀਂ ਹੈਗਾ, ਖਰਚੇ ਪਏ ਹੋਏ ਨੇ। ਉਹ ਸਰੂਪ ਅੱਜ ਤੱਕ ਜਿਹੜੇ ਸਾਨੂੰ ਇਹ ਕਦੀ 5 ਦੱਸਦੇ ਰਹੇ, ਕਦੀ ਕਹਿੰਦੇ ਹੋਇਆ ਹੀ ਕੁਛ ਨਹੀਂ, ਕਦੀ ਇਹ ਝੂਠ ਬੋਲਦੇ ਨੇ, ਲੇਕਿਨ ਅੱਜ 80 ਦੀ ਰਿਪੋਰਟ ਤੇ ਤੁਹਾਡੇ ਸਾਹਮਣੇ ਆ ਚੁੱਕੀ ਹੈ ਕਿ ਉਹ ਨਸ਼ਟ ਹੋਏ ਤੇ ਇਹਨਾਂ ਨੇ ਕੋਈ ਪਛਤਾਵਾ ਨਹੀਂ ਕੀਤਾ, ਇਹਨਾਂ ਨੇ ਜਾਣਕਾਰੀ ਨਹੀਂ ਦਿੱਤੀ। ਏਡੀ ਵੱਡੀ ਸੰਸਥਾ ਸਾਡੇ ਆਪਣੇ ਪਰਿਵਾਰ ਨੂੰ, ਸਿੱਖ ਕੌਮ ਨੂੰ ਉਹਦਾ ਹਿਸਾਬ ਨਾ ਦੇਵੇ, ਉਹਦੀ ਜਾਣਕਾਰੀ ਨਾ ਦੇਵੇ, ਤੇ ਇਹਦੇ ਕਿਹੜੇ ਇਹਦੇ ਸੰਚਾਲਕ ਨੇ ਜਾਂ ਕਿਹੜੇ ਇਹਦੇ ਠੇਕੇਦਾਰ ਨੇ ਜਿਹੜੇ ਸਾਨੂੰ ਗੁੰਮਰਾਹ ਕਰ ਰਹੇ ਨੇ। ਅੱਜ ਪ੍ਰਬੰਧਕ ਕਮੇਟੀ ਵੱਲੋਂ ਜਦੋਂ ਇਹ ਉਹਨਾਂ ਦੀਆਂ ਮਿਹਰਬਾਨੀਆਂ ਚੋਂ ਹੀ ਇੱਕ ਫਿਗਰ ਨਿਕਲੀ ਕਿ 267 ਸਰੂਪ ਜਿਹੜੇ ਨੇ ਉਹ ਗਾਇਬ ਨੇ। 267 ਸਰੂਪ ਜਦੋਂ ਅਸੀਂ ਇਹਦੀ ਪ੍ਰੈਸ ਕਾਨਫਰੰਸ ਕੀਤੀ, ਸਾਡੇ ਤੋਂ ਪਹਿਲਾਂ ਜਸਟਿਸ ਬੈਂਸ ਦੀ ਸੰਸਥਾ ਨੇ ਇੱਕ ਸਰਕਾਰ ਨੂੰ ਚਿੱਠੀ ਲਿਖੀ ਕਿ ਇਹਦੀ ਇਨਕੁਆਇਰੀ ਹੋਣੀ ਚਾਹੀਦੀ ਹੈ, ਤਾਂ ਉਦੋਂ ਇਹ ਪ੍ਰਬੰਧਕ ਕਮੇਟੀ ਦੀ ਐਗਜ਼ੈਕਟਿਵ ਨੂੰ ਬੜੀ ਅੱਗ ਲੱਗੀ, ਇਹਦੀ ਢਿੱਡ ਪੀੜ ਹੋਈ। ਇਹਨਾਂ ਨੇ ਫਟਾਫਟ ਬੁਲਾ ਕੇ ਆਪਣੀ ਪ੍ਰੈਸ ਕਾਨਫਰੰਸ ਤੇ ਉਹਦੇ 'ਚ ਬੜੇ ਦਾਅਵੇ ਨਾਲ ਕਿਹਾ ਕਿ ਇਹ ਲੋਕ ਸਾਡੀ ਸੰਸਥਾ ਨੂੰ ਬਦਨਾਮ ਕਰ ਰਹੇ ਨੇ, ਇਹ ਲੋਕ ਮਾਫੀ ਮੰਗਣ। ਲੇਕਿਨ ਉਸ ਤੋਂ ਬਾਅਦ ਉਹੀ ਸੰਸਥਾ ਜਿਹੜੀ ਆ, ਉਹੀ ਐਗਜ਼ੈਕਟਿਵ ਜਿਹੜੀ ਆ, ਉਹ ਕਹਿ ਰਹੀ ਆ ਕਿ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਜਿਨ੍ਹਾਂ ਨੇ ਇਹਨਾਂ ਕੱਢ ਕੇ ਰਿਕਾਰਡ ਦੀ ਛਾਣਬੀਣ ਕਰਕੇ ਸਾਨੂੰ ਜਾਣਕਾਰੀ ਦਿੱਤੀ। ਫਿਰ 328 ਸਰੂਪ ਗਾਇਬ ਨੇ, 125 ਅਨਧਿਕਾਰ ਛਾਪੇ ਗਏ ਨੇ, ਉਹ ਲੱਭਦੇ ਨਹੀਂ। 61 ਇੱਕ ਦਫਾ ਛਾਪੇ ਗਏ ਨੇ, ਲੱਭਦੇ ਨਹੀਂ। ਤੋ ਇਹ ਰਿਪੋਰਟ ਜਦੋਂ ਆਈ ਤੇ ਦਿੱਤੀ ਅਕਾਲ ਤਖਤ ਨੂੰ, ਅਕਾਲ ਤਖਤ ਫਿਰ ਕਮੇਟੀ ਨੂੰ ਦੇ ਰਿਹਾ। ਅਕਾਲ ਤਖਤ ਸਾਡੀ ਗੁਰੂ ਦੀ ਸੰਸਥਾ, ਪ੍ਰਬੰਧਕ ਕਮੇਟੀ ਸਾਡੀ ਸਰਕਾਰ ਨੇ ਬਣਾਈ ਸੰਸਥਾ। ਤੋ ਪ੍ਰਬੰਧਕ ਕਮੇਟੀ ਉਹਦੇ ਕਿੰਨੀ ਵਾਰੀ ਸਟੈਂਡ ਬਦਲੇ ਤੇ ਉਹਨਾਂ ਨੇ ਥੋੜੇ ਦਿਨ ਪਹਿਲਾਂ ਇਹ ਕਿਹਾ ਜੀ ਬੜਾ ਵੱਡਾ ਫੈਸਲਾ ਕੀਤਾ ਜਾ ਰਿਹਾ, ਇਹਨੂੰ ਮੁਅੱਤਲ, ਇਹਨੂੰ ਮੁਅੱਤਲ, ਇਹਨੂੰ ਇੰਨਾ ਜੁਰਮਾਨਾ, ਇਹ ਤੇ ਪੁਲਿਸ ਕੇਸ, ਇਹ ਤੇ। ਅੱਜ ਕੀ ਹੋਇਆ? ਅੱਜ ਉਹਨਾਂ ਦੇ ਆਕਾ ਨੇ ਉਹਨਾਂ ਨੂੰ ਬੁਲਾਇਆ। ਮੈਂ ਸਮਝਦਾ ਕਿ ਚੋਰ ਦੇ ਨਾਲ ਜਿਹੜੀ ਕੁੱਤੀ ਰਲੀ ਹੋਈ ਆ, ਉਹਨਾਂ ਦੇ ਆਕਾ ਨੇ ਘਰ ਬੁਲਾਇਆ। ਘਰ ਬੁਲਾ ਕੇ ਉਹਨਾਂ ਨੂੰ ਕਿਹਾ ਕਿ ਇਹ ਮਾਮਲਾ ਰਫਾ ਦਫਾ ਹੋਣਾ ਚਾਹੀਦਾ, ਕਿਤੇ ਕੋਈ ਕੰਪਲੇਂਟ ਨਹੀਂ ਹੋਣੀ ਚਾਹੀਦੀ। ਤੇ ਕੋਹਲੀ ਜਿਹੜਾ ਮਿਸਟਰ ਕੋਹਲੀ, ਇਹ ਜਿਹੜਾ ਸੀਏ ਆ, ਜਿਹਦਾ ਕਮੇਟੀ ਨਿਰਣਾ ਕਰਕੇ ਸਾਨੂੰ ਪ੍ਰੈਸ ਕਾਨਫਰੰਸ ਰਾਹੀਂ ਦੱਸ ਰਿਹਾ ਕਿ ਅਸੀਂ 75% ਪੈਸੇ ਵਾਪਸ ਲਵਾਂਗੇ, ਉਹਦੇ ਲਈ ਹੁਕਮ ਹੋ ਗਿਆ ਕਿ ਇਹਦਾ ਪੈਸਾ ਤੁਸੀਂ ਵਾਪਸ ਨਹੀਂ ਲਓਗੇ। ਇੱਕ ਹੁਕਮ ਹੋਇਆ ਕਿ ਜਿੰਨੇ ਵੀ ਪ੍ਰਬੰਧਕ ਕਮੇਟੀ ਦੇ ਮੁਲਾਜ਼ਮ ਕੱਢੇ ਗਏ ਨੇ, ਇਹਨਾਂ ਨੂੰ ਉਸੇ ਥਾਂ ਤੇ ਸਮਝਾ ਬੁਝਾ ਕੇ ਤੇ ਪੈਸੇ ਦੇ ਕੇ ਸੈੱਟ ਕਰਕੇ ਤੇ ਉੱਥੇ ਹੀ ਰਹਿਣ ਦਿਓ, ਤੇ ਗਿਆਨੀ ਹਰਪ੍ਰੀਤ ਕੋਲ ਪੇਸ਼ ਕਰਕੇ ਤੇ ਸੁੱਚੇ ਕਰਾ ਲਓ, ਗੰਗਾ ਜਲ ਦਾ ਇਸ਼ਨਾਨ ਕਰਾ ਕੇ ਜਾਂ ਚੂਲਾ ਭਰਾ ਕੇ ਤੇ ਸੁੱਚੇ ਕਰਾ ਕੇ ਉੱਥੇ ਪੋਜੀਸ਼ਨ ਤੇ ਵਾਪਸ ਲੈ ਆਓ। ਜਿਸ ਤਰ੍ਹਾਂ ਪ੍ਰਬੰਧਕ ਕਮੇਟੀ ਦਾ ਪਹਿਲਾ ਰਵੱਈਆ। ਪ੍ਰਬੰਧਕ ਕਮੇਟੀ ਦੇ ਵਿੱਚ ਸੋਨੇ ਦੀ ਕਈ ਗਾਇਬ ਹੋਈ, ਬਾਟਾ ਗਾਇਬ ਹੋਇਆ ਚਾਂਦੀ ਦਾ, ਚੋਰ ਫੜੇ ਗਏ। ਪ੍ਰਧਾਨ ਵੱਲੋਂ ਹਾਊਸ ਦੇ ਵਿੱਚ ਮਤਾ ਲਿਆਂਦਾ ਗਿਆ ਕਿ ਚੋਰ ਫੜੇ ਗਏ ਨੇ, ਉਹਨਾਂ ਨੇ ਕਬੂਲ ਕਰ ਲਿਆ ਤੇ ਉਹਨਾਂ ਨੂੰ ਸਸਪੈਂਡ ਕੀਤਾ ਗਿਆ ਸੀ। ਤੇ ਹੁਣ ਅਸੀਂ ਹਾਊਸ ਦੀ ਇਜਾਜ਼ਤ ਲੈ ਰਹੇ ਹਾਂ ਉਹਨਾਂ ਨੂੰ ਦੁਬਾਰਾ ਨੌਕਰੀ ਤੇ ਰੱਖਣ ਲਈ, ਕਿਉਂਕਿ ਅਸੀਂ ਉਹਨਾਂ ਤੋਂ ਇਹਦਾ ਇੰਨਾ ਪੈਸੇ ਪਾ ਦਿੱਤੇ ਉਹਨਾਂ ਨੂੰ। ਚੋਰਾਂ ਕੋਲੋਂ ਮਾਲ ਕਿਉਂ ਨਹੀਂ ਵਸੂਲ ਹੁੰਦਾ? ਚੋਰਾਂ ਕੋਲੋਂ ਉਹ ਸੋਨਾ ਕਿਉਂ ਨਹੀਂ ਵਸੂਲ ਹੋਇਆ? ਉਹਨਾਂ ਨੂੰ ਪੈਸੇ ਪਾ ਦਿਓ, ਪੈਸੇ ਲੈ ਲਓ ਤੇ ਤਰੱਕੀ ਦੇ ਕੇ ਫਿਰ ਉੱਥੇ ਰੱਖ ਲਓ। ਤੇ ਪ੍ਰਬੰਧਕ ਕਮੇਟੀ ਅੱਜ ਕੀ ਕਹਿ ਰਹੀ ਆ? ਅੱਜ ਨਵਾਂ ਉਹਨਾਂ ਨੇ ਡਰਾਮਾ ਕੀਤਾ ਕਿ ਇਹ ਸਾਰੇ ਜਿਹੜੇ ਨੇ ਸਰੂਪ ਸੰਗਤ ਕੋਲ ਗਏ ਨੇ। ਸੰਗਤ ਰਾਮ ਰਹੀਮ ਦੀ ਵੀ ਸੰਗਤ ਆ, ਕਿਹੜੀ ਸੰਗਤ ਕੋਲ ਗਏ ਨੇ ਸਾਨੂੰ ਨਿਰਣਾ ਹੋਣਾ ਚਾਹੀਦਾ, ਦੱਸਣਾ ਚਾਹੀਦਾ। ਉਹ ਸੰਗਤ ਦਾ ਐਡਰੈਸ ਹੋਣਾ ਚਾਹੀਦਾ ਕੋਈ। ਅਸੀਂ ਸਰੂਪ ਲੈਣੇ ਆ, ਅਸੀਂ ਸਰੂਪਾਂ ਦੀ ਜਾਣਕਾਰੀ ਲੈਣੀ ਆ, ਅਸੀਂ ਸਰੂਪਾਂ ਨੂੰ ਐਵੇਂ ਤੁਹਾਡੇ ਹਾਲ ਤੇ ਨਹੀਂ ਛੱਡਣਾ। ਇਹ ਜਿਹੜਾ
ਪਰਿਵਾਰ ਸਾਨੂੰ ਮਿਲਿਆ 30 ਸਾਲ ਤੋਂ ਜਿਹਦਾ ਕਬਜ਼ਾ ਹੈ, ਉਹ ਅੱਜ ਨਹੀਂ ਬੋਲਦਾ ਪਿਆ। ਬਰਗਾੜੀ ਉਹਦੀ ਸਰਕਾਰ 'ਚ ਵਾਪਰੀ, ਨਹੀਂ ਬੋਲਿਆ। ਜਿੰਨੇ 17 ਦਫਾ ਸਰੂਪ ਸਾੜੇ ਗਏ ਭਨਿਆਰਾਂ ਵਾਲੇ ਦੇ ਚੇਲਿਆਂ ਵੱਲੋਂ, ਇਹ ਪਰਿਵਾਰ ਨਹੀਂ ਬੋਲਿਆ। ਇਸ ਪਰਿਵਾਰ ਨੇ ਕੋਈ ਕਾਰਵਾਈ ਨਹੀਂ ਕੀਤੀ। ਅੱਜ ਕਹਿ ਰਹੇ ਕਿ ਪੁਲਿਸ ਕੋਲ ਕੋਈ ਰਿਪੋਰਟ ਨਹੀਂ, ਅਸੀਂ ਸਮਰੱਥ ਹਾਂ। ਤੁਹਾਡੀ ਸਮਰੱਥਾ ਦਿੱਤੀ ਕਿਸ ਨੇ ਤੇ ਕਿੱਥੋਂ ਆਈ? ਤੁਹਾਡੀ ਪ੍ਰਬੰਧਕ ਕਮੇਟੀ ਸਰਕਾਰ ਨੇ ਬਣਾਈ, ਉਹਨੇ ਤੁਹਾਨੂੰ ਇੱਕ ਜੁਡੀਸ਼ੀਅਲ ਕਮਿਸ਼ਨ ਦਿੱਤਾ। ਉਹ ਜੁਡੀਸ਼ੀਅਲ ਕਮਿਸ਼ਨ ਸਰਕਾਰ ਦਾ ਨਹੀਂ ਤੇ ਹੋਰ ਕਿਹਦਾ? ਤੇ ਜੇ ਤੁਹਾਡੇ ਕੇਸ ਜਾਂਦੇ ਨੇ ਜੁਡੀਸ਼ੀਅਲ ਕਮਿਸ਼ਨ 'ਚ ਤੇ ਉਹ ਸਰਕਾਰੀ ਏਜੰਸੀ ਨਹੀਂ। ਤੇ ਜੇ ਫਰਜ਼ ਕਰ ਲਓ ਅੱਜ ਤੁਸੀਂ ਇਹ ਕਹਿ ਰਹੇ ਹੋ ਕਿ ਅਸੀਂ ਸਮਰੱਥ ਹਾਂ, ਤੇ ਸਮਰੱਥਾ ਦੱਸੋ। 100 ਸਾਲ 'ਚ ਕਿਤੇ ਵੀ ਕੋਈ ਤੁਹਾਡੀ ਏਜੰਸੀ, ਤੁਹਾਡਾ ਕੋਈ ਵਿੰਗ ਬਣਿਆ ਹੋਵੇ ਜਿਹਨੇ ਕੋਈ ਸਾਨੂੰ ਤਰਪੱਤਰ ਲਾਇਆ ਹੋਵੇ, ਜਿਹਨੇ ਸਾਨੂੰ ਕੋਈ ਨਿਰਣਾ ਦਿੱਤਾ ਹੋਵੇ? ਤੋ ਇਹ ਸਾਧ ਸੰਗਤ ਜੀ, ਮੈਂ ਤੁਹਾਨੂੰ ਅੱਜ ਤੁਹਾਡੇ ਚਰਨਾਂ 'ਚ ਅਪੀਲ ਕਰਨੀ ਚਾਹੁੰਦਾ ਹੈ ਕਿ ਇਹ ਜਿਹੜੀ ਪ੍ਰਬੰਧਕ ਕਮੇਟੀ ਦੇ ਵਾਰਸ ਨੇ, ਅੱਜ ਪ੍ਰਬੰਧਕ ਕਮੇਟੀ ਦਾ ਜੋ ਅੱਜ ਦੀ ਰਿਪੋਰਟ ਆ, ਇਹ ਲੌਂਗੋਵਾਲ ਨੂੰ ਧਾਰ ਤੇ ਧਰ ਦਿੱਤਾ। ਇਹਦੀ ਬਲੀ ਦਿੱਤੀ ਜਾਊਗੀ ਨਵੰਬਰ 'ਚ। ਇਹਦੇ ਮੁਕਾਬਲੇ ਤਾਂ ਸਭ ਤੋਂ ਵੱਡਾ ਝੂਠ ਬੋਲਣ ਵਾਲਾ ਜਿਹੜਾ ਬਾਰ-ਬਾਰ ਅੱਗੇ ਆ ਰਿਹਾ, ਜਿਹੜਾ ਬਾਰਗੇਨਿੰਗ ਕਰਕੇ ਮਨਾ ਰਿਹਾ ਅਧਿਕਾਰੀਆਂ ਨੂੰ, ਜਿਹੜੇ ਅਧਿਕਾਰੀਆਂ ਨੇ ਥ੍ਰੈਟ ਦਿੱਤੀ ਕਿ ਅਸੀਂ ਹੁਣ ਸੱਚ ਦੱਸਣ ਲਈ ਮਜਬੂਰ ਹੋਵਾਂਗੇ ਹੁਣ ਜਦੋਂ ਤੁਸੀਂ ਨੌਕਰੀ ਤੋਂ ਸਾਨੂੰ ਵਿਹਲਾ ਕਰਤਾ। ਫਿਰ ਉਹ ਅਧਿਕਾਰੀ ਫਿਰ ਥਾਂ ਸਿਰ ਤੇ ਆਏ ਤੇ ਇਹਨਾਂ ਨੇ ਉਹਨਾਂ ਨੂੰ ਰਕਮਾਂ ਦੇਣ ਲਈ ਜਾਂ ਜੋ ਕੁਝ ਵੀ ਇਹਨਾਂ ਦਾ ਤੈਅ ਕੀਤਾ, ਤੇ ਇਹ ਤੈਅ ਹੋਇਆ ਕਿ ਹਰਪ੍ਰੀਤ ਸਿੰਘ ਨੂੰ ਆਖ ਦਿੱਤਾ ਜਾਊਗਾ, ਉਹ ਤੁਹਾਨੂੰ ਥੋੜੀ ਸਜ਼ਾ ਲਾਉਣਗੇ ਤੇ ਤੁਸੀਂ ਵਾਪਸ ਉੱਥੇ ਹੀ ਆ ਜਾਓਗੇ ਤੇ ਤੁਹਾਨੂੰ ਖੁਰਦ-ਬੁਰਦ ਕਰ ਦਿਓ, ਭੁੱਲ ਜਾਓ ਸਾਰਾ ਕੁਝ। ਇਹ ਤੈਅ ਹੋ ਗਿਆ। ਇਹ ਜਿਹੜਾ ਝੂਠ ਬੁਲਾਉਣ ਵਾਲਾ ਤੇ ਬੋਲਣ ਵਾਲਾ ਸਭ ਤੋਂ ਵੱਡਾ ਜਿਹੜਾ ਸਾਬਤ ਹੋਊਗਾ, ਉਹਨੂੰ ਪ੍ਰਧਾਨ ਬਣਾਇਆ ਜਾਊਗਾ ਨਵੰਬਰ 'ਚ। ਇਹ ਤੈਅ ਹੋ ਗਿਆ। ਲੇਕਿਨ ਅਸੀਂ ਕੀ ਕਰਨਾ ਹੈ? ਅਸੀਂ ਸਾਰੇ ਇਸ ਗੱਲ ਦੇ ਲਈ ਜਵਾਬਦੇਹ ਹਾਂ ਕਿ ਦਸਮ ਪਾਤਸ਼ਾਹ ਦੀ ਆਤਮਾ ਹੈ। ਇਹ 10 ਪਾਤਸ਼ਾਹੀਆਂ ਦਾ ਜਿਹੜਾ ਪੰਥ ਦੇ ਗ੍ਰੰਥ ਦਾ ਸਿਧਾਂਤ ਆ, ਇਹ ਭਾਈ ਜੈਤਾ ਜੀ ਵਰਗਿਆਂ ਨੇ ਸਾਨੂੰ ਦੱਸਿਆ ਕਿ ਇਹ 10 ਜਾਮਿਆਂ ਦਾ ਤਪ ਤੇਜ ਲੈ ਕੇ ਦਸਮ ਪਾਤਸ਼ਾਹ ਨੇ 5 ਪਿਆਰੇ ਸਰੀਰ ਬਣਾਏ ਗੁਰੂ ਦਾ, ਤੇ 10 ਪਾਤਸ਼ਾਹੀ ਦੀ ਆਤਮਕ ਜੋਤ ਲੈ ਕੇ ਪ੍ਰਮਾਤਮਾ ਨੇ ਉਸ ਪੰਥ ਦੇ ਵਿੱਚ ਜੋਤ ਧਰੀ। ਉਹ ਪੰਥ ਅੱਜ ਲੱਭਦਾ ਨਹੀਂ ਪਿਆ। ਭਾਈ ਜੈਤਾ ਜੀ ਕਹਿੰਦੇ ਨੇ, ਦਹਜਾਮ ਕਾ ਜੇਤਾ ਤੇਜ ਹੁਤੋ, ਗੁਰੂ ਗੋਬਿੰਦ ਸਿੰਘ ਦੇ ਪੰਥ ਸਜਾਇਓ। ਦਹ ਜੋਤਨ ਕੀ ਪ੍ਰਭ ਜੋਤ ਲਿਓ, ਉਰ ਪੰਥੇ ਜੀਵਨ ਜੋਤ ਜਗਾਇਓ। ਉਹ ਅੱਜ ਪੰਥ ਨਾ ਅਕਾਲ ਪੁਰਖ ਦੀ ਜੋਤ ਵਾਲਾ ਪੰਥ ਲੱਭਦਾ, ਨਾ ਦਸਮ ਪਾਤਸ਼ਾਹ ਦਾ ਸਾਜਿਆ ਸਰੀਰ ਲੱਭਦਾ। ਤੋ ਅਸੀਂ ਢੇਰੀ ਢਾ ਦਈਏ, ਅਸੀਂ ਕਿਸੇ ਦੇ ਅੱਗੇ ਬਹਿ ਜਾਈਏ। ਇਹ ਕੁਝ ਲੋਕ ਜੇ ਕਿਸੇ ਦੀ ਢਿੱਡ ਪੀੜ ਹੁੰਦੀ ਹੋਊਗੀ ਸਾਡੀਆਂ ਗੱਲਾਂ ਸੁਣ ਕੇ, ਜਾਂ ਸਾਡਾ ਵਿਚਾਰ ਸੁਣ ਕੇ, ਜਾਂ ਸਾਡਾ ਵਿਰੋਧ ਸੁਣ ਕੇ, ਤੇ ਪਈ ਹੁੰਦੀ ਰਵੇ। ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਚਾਹੁੰਦਾ ਵੀ ਸਾਡੀ ਉਮਰ ਨਿਕਲ ਚੁੱਕੀ ਆ। ਅਸੀਂ ਹੁਣ ਤੁਹਾਡਾ ਕੋਈ ਨੁਕਸਾਨ ਨਹੀਂ ਕਰ ਸਕਦੇ। ਜੇ 65 ਸਾਲ ਦੀ ਉਮਰ 'ਚ ਕੋਈ ਕੌਮ ਦਾ ਨੁਕਸਾਨ ਨਹੀਂ ਕੀਤਾ, ਤੇ ਜਿਹੜੇ ਗਾਂ ਪਰਮਾਤਮਾ 5-7 ਸਾਲ ਜੇ ਦਊਗਾ ਤੇ ਉਹ 'ਚੋਂ ਅਸੀਂ ਕੁਝ ਲੁੱਟਣ ਵਾਲੇ ਨਹੀਂ। ਅਸੀਂ ਚਾਹੁੰਦੇ ਹਾਂ ਕਿ ਸਾਡੇ ਗਰੀਬ ਬੱਚੇ ਜਿਹੜੇ ਨੇ, ਜਿਨ੍ਹਾਂ ਨੂੰ ਐਜੂਕੇਸ਼ਨ ਨਹੀਂ ਮਿਲੀ, ਹੋਣਹਾਰ ਬੱਚਿਆਂ ਨੂੰ ਪੜ੍ਹਾ ਸਕਦੇ ਹਾਂ ਅਸੀਂ, ਪਰ ਅਸੀਂ ਉਹਨਾਂ ਨੂੰ ਕੋਈ ਸਹਾਇਤਾ ਨਹੀਂ ਦਿੱਤੀ। ਕਿਸੇ ਬੀਬੀ ਨੂੰ ਸਹਾਇਤਾ ਨਹੀਂ ਦਿੱਤੀ, ਕਿਸੇ ਖਿਡਾਰੀ ਨੂੰ ਸਹਾਇਤਾ ਨਹੀਂ ਦਿੱਤੀ, ਕਿਸੇ ਗਰੀਬ ਦਾ ਇਲਾਜ ਨਹੀਂ ਕੀਤਾ। ਇਹ ਸੰਸਥਾ ਜਿਹੜੀ ਸਰਕਾਰ ਆ ਸਾਡੀ, ਇਹ ਗੁਰੂ ਨਾਨਕ ਸਾਹਿਬ ਜੀ ਦੀ ਸੱਚੀ ਸਰਕਾਰ। ਅਕਾਲ ਤਖਤ ਤੋਂ ਇਹਦਾ ਹੁਕਮ ਚੱਲਣਾ ਚਾਹੀਦਾ, ਪਰ ਅਕਾਲ ਤਖਤ ਨੂੰ ਹੁਕਮ ਜਾ ਰਿਹਾ ਅੱਜ ਕਿੱਥੇ ਨੇ ਹਰਪ੍ਰੀਤ ਸਿੰਘ ਜੀ, ਜਿਹੜੇ ਕਹਿੰਦੇ ਮੈਂ ਸਜ਼ਾ ਦਵਾਉਂਗਾ ਜਾਂ ਮੈਂ ਆਪ ਰਿਜ਼ਾਈਨ ਕਰੂੰਗਾ? ਕਦੀ ਉਹ ਕਹਿ ਰਿਹਾ ਕਿ ਸਰੂਪ ਗਾਇਬ ਹੀ ਕੋਈ ਨਹੀਂ ਹੋਇਆ, ਕਦੀ ਕਹਿ ਰਿਹਾ ਕਿ 328 ਨਿਕਲ ਆਇਆ, ਹੁਣ ਮੈਂ ਐਕਸ਼ਨ ਲੈ ਰਿਹਾ। ਹੁਣ ਮੈਂ ਉਹ ਜਿਹੜਾ ਸਿਧਾਂਤ ਆ ਗੁਰੂ ਦਾ, ਅਕਾਲ ਤਖਤ ਆ, ਜਿੱਥੋਂ ਸਮਰੱਥਾ ਕਿਸੇ ਨੂੰ ਹੁਕਮ ਦੇਣ ਦੀ, ਉਹ ਪ੍ਰਬੰਧਕ ਕਮੇਟੀ ਨੂੰ ਦੇ ਰਿਹਾ ਸਾਰਾ ਚਾਰਜ। ਤੇ ਉਹਨਾਂ ਨੇ ਅੱਜ ਤੱਕ ਉਹ ਰਿਪੋਰਟ ਜਨਤਕ ਨਹੀਂ ਕੀਤੀ, ਜਿਹੜੀ ਰਿਪੋਰਟ ਉਹਨਾਂ ਦੇ ਆਪਣੇ ਕਹਿਣ ਤੇ ਆਪਣੇ ਬੰਦਿਆਂ ਨੇ ਬਣਾਈ। ਤੋ ਜੇ ਆਪਣੇ ਬੰਦਿਆਂ ਦੀ ਬਣਾਈ ਕਮੇਟੀ ਦੀ ਰਿਪੋਰਟ ਸਾਹਮਣੇ ਨਹੀਂ ਆ ਰਹੀ, ਤੇ ਅਸੀਂ ਕਿਸ ਤੋਂ ਹਿਸਾਬ ਲਈਏ? ਤੋ ਮੈਂ ਆਪ ਸਭ ਦੇ, ਕਿਉਂਕਿ ਅਸੀਂ ਬਹੁਤ ਵੱਡਾ ਪਰਿਵਾਰ ਆ, ਸਾਰੇ ਇੱਕ ਦੂਸਰੇ ਦੇ ਬੜੇ ਨੇੜੇ ਆ, ਤੋ ਖਾਸ ਕਰਕੇ ਜਿਹੜਾ 200 ਮੈਂਬਰ 185 ਮੈਂਬਰ ਨੇ ਪ੍ਰਬੰਧਕ ਕਮੇਟੀ ਦੇ, ਮੈਂ ਉਹਨਾਂ ਦੇ ਚਰਨਾਂ 'ਚ ਬੇਨਤੀ ਕਰਨੀ ਚਾਹੁੰਦਾ ਵੀ ਜੇ ਤੁਹਾਡਾ ਆਕਾ ਬੇਈਮਾਨ ਹੋ ਗਿਆ, ਤੁਹਾਡੇ ਮਾਲਕ ਬੇਈਮਾਨ ਹੋ ਗਏ, ਤੁਸੀਂ ਕਿੰਨੇ ਸਾਲ ਗੁਰੂ ਦੀ ਗੋਲਕ ਨੂੰ ਖਾਧਾ ਤੇ ਕਿੰਨੇ ਸਾਲ ਗੁਰੂ ਦੇ ਦਿੱਤੀਆਂ ਸੁੱਖ ਸਹੂਲਤਾਂ ਨੂੰ ਭੋਗਿਆ। ਅੱਜ ਗੁਰੂ ਦੇ ਸਾਹਮਣੇ ਉਹ ਸਮਾਂ ਆ ਗਿਆ, ਉਹ ਜਦੋਂ ਤੁਸੀਂ ਗੁਰੂ ਦੇ ਨਾਲ ਕਮਿਟਮੈਂਟ ਤੁਹਾਡੀ ਪ੍ਰਗਟ ਹੋਵੇ, ਜਦੋਂ ਤੁਸੀਂ ਗੁਰੂ ਲਈ ਕੁਝ ਆਪਣੇ ਅਮਲਾਂ ਰਾਹੀਂ ਕੁਝ ਕਰ ਸਕੋ।
तो मेरी हाथ जोड़ के बेनती है कि प्रबंधक कमेटी ने कुछ नहीं करना। प्रबंधक कमेटी जवाबदेह नहीं, ना सानू ਗਿਆਨੀ ਹਰਪ੍ਰੀਤ ਸਿੰਘ ਜਵਾਬ ਦੇ ਰਿਹਾ, ਨਾ ਲੌਂਗੋਵਾਲ ਦੇ ਰਿਹਾ, ਨਾ ਚੀਫ ਸੈਕਟਰੀ ਦੇ ਰਿਹਾ, ਆਪਣੇ ਆਪਣੇ ਬਚਾਅ 'ਚ ਲੱਗੇ ਨੇ। ਤੋ ਇਹਨਾਂ ਦਾ ਜਿਹੜਾ ਆਕਾ ਉਹ ਆਪਣੇ ਬਚਾਅ 'ਚ ਲਗਾ ਕਿ ਮੇਰਾ ਨਾਂ ਕਿਤੇ ਪ੍ਰਗਟ ਨਾ ਹੋਵੇ। ਜਿਹੜੇ ਸਰੂਪ ਨੇ, ਮੁੱਖ ਮਸਲਾ ਸਾਡਾ ਇਹ ਆ ਕਿ ਸਰੂਪ ਕਿੱਥੇ ਗਏ, ਕਿਹਦੇ ਹੁਕਮ ਨਾਲ ਗਏ, ਤੇ ਜਿਹਦੇ ਕੋਲ ਗਏ ਉਹ ਕੌਣ ਆ, ਇਹ ਵਾਪਸ ਸਾਨੂੰ ਕਿੱਦਾਂ ਮਿਲਣਗੇ। ਇਹ ਏਜੰਸੀ ਤੋਂ ਬਿਨਾਂ ਹੋ ਨਹੀਂ ਸਕਦਾ। ਜੇ ਇਹ ਕਹਿਣ ਕਿ ਏਜੰਸੀ ਅਸੀਂ ਸਮਰੱਥ ਆ ਤੇ ਸਾਨੂੰ ਦੱਸਣ ਇਹਨਾਂ ਦੇ ਕੋਲ ਕਿਹੜੀ ਏਜੰਸੀ ਆ, ਉਹਨੇ ਅੱਜ ਤੱਕ ਕੀ ਕੀਤਾ। ਤੋ ਜੇ ਇਹ ਏਜੰਸੀ ਨੂੰ ਸਰਕਾਰੀ ਮੰਨ ਕੇ ਨਹੀਂ ਕਰਨਾ ਚਾਹੁੰਦੇ ਤੇ ਇਹ ਸੰਸਥਾ ਵੀ ਸਰਕਾਰੀ ਆ, ਇਹ ਜੁਡੀਸ਼ੀਅਲ ਕਮਿਸ਼ਨ ਵੀ ਸਰਕਾਰੀ ਆ, ਇਹ ਇਲੈਕਸ਼ਨ ਕਮਿਸ਼ਨ ਵੀ ਸਰਕਾਰੀ, ਜਿਹਦੀ ਵਜ੍ਹਾ ਨਾਲ ਤੁਸੀਂ ਵੋਟ ਲੈ ਕੇ ਤੇ ਸਿੱਖਾਂ ਦੇ ਇਸ ਸੱਚੀ ਪਾਤਸ਼ਾਹੀ ਤੇ ਕਾਬਜ ਹੁੰਦੇ ਹੋ ਤੇ ਕਾਲ ਤਖਤ ਨੂੰ ਰਗੜਦੇ ਹੋ। ਤੋ ਇਹ ਸਾਰਾ ਕੁਝ ਸਰਕਾਰੀ ਹੋਇਆ ਪਿਆ ਤੁਹਾਡਾ। ਤੋ ਤੁਹਾਡੀ ਇਹ ਬੇਈਮਾਨੀ ਜਿਹੜੀ ਆ ਉਹਦੇ ਵਿੱਚੋਂ ਇੱਕੋ ਇੱਕ ਸਾਡਾ ਰਸਤਾ ਆ ਕਿ ਜਿਹੜੇ ਪ੍ਰਬੰਧਕ ਕਮੇਟੀ ਦੇ ਮੈਂਬਰ ਨੇ ਉਹ ਸਾਡੇ ਨਾਲ ਖੜਨ। ਅਸੀਂ ਇਹਨਾਂ ਦਾ, ਪ੍ਰਬੰਧਕ ਕਮੇਟੀ ਦੇ ਮੈਂਬਰ ਸਾਡਾ ਸਾਥ ਦੇਣਗੇ ਤੇ ਅਸੀਂ ਇਹਦਾ ਦੁੱਧ ਦਾ ਦੁੱਧ ਪਾਣੀ ਕਰਕੇ ਸਾਹਮਣੇ ਦਿਖਾ ਸਕਦੇ ਹਾਂ। ਸਾਨੂੰ ਅੱਧੇ ਮੈਂਬਰ ਵੀ ਸਹਿਯੋਗ ਦੇ ਦੇਣ ਤੇ ਅਸੀਂ, ਸਾਨੂੰ ਕਮੇਟੀ ਨਹੀਂ ਚਾਹੀਦੀ, ਨਾ ਸਾਨੂੰ ਪ੍ਰਧਾਨਗੀ ਲਈ ਸਹਿਯੋਗ ਦੇਣ, ਸਿਰਫ ਸਾਨੂੰ ਇਸ ਜਿਹੜੀ ਇਨਕੁਆਇਰੀ ਕਰਾਉਣ ਲਈ ਇਹਨੂੰ ਇਹ ਸਰੂਪ ਕਿੱਥੇ ਗਏ, ਬਰਾਮਦ ਕਿਵੇਂ ਹੋਣਗੇ, ਇਹ ਪਤਾ ਕਰਨ ਲਈ ਸਾਨੂੰ ਸਹਿਯੋਗ ਦੇਣ। ਜੇ ਉਹ ਵੀ ਨਹੀਂ ਦਿੰਦੇ ਤੇ ਸਾਧ ਸੰਗਤ ਜੀ ਮੇਰੀ ਹੱਥ ਜੋੜ ਕੇ ਬੇਨਤੀ ਆ ਕਿ ਇਹ ਬਾਦਲ ਪੰਥੀਆਂ ਨੂੰ ਮੱਥਾ ਟੇਕ ਦਿਓ, ਇਹਨਾਂ ਨੂੰ ਬਾਹਰ ਕਰ ਦਿਓ ਗੁਰੂ ਦੇ ਨਿਜ਼ਾਮ ਚੋਂ। ਇਹ ਦਸਮ ਪਾਤਸ਼ਾਹ ਦੇ ਅਕਾਲੀ ਬਾਗ ਨੂੰ ਉਜਾੜਨ ਵਾਲੇ ਜਿਹੜੇ ਨੇ, ਇਹਨਾਂ ਨੂੰ ਬਾਗ ਚੋਂ ਬਾਹਰ ਕੱਢ ਦਿਓ ਤੇ ਅਸੀਂ ਬਾਗ ਨੂੰ ਬਚਾ ਲਈਏ। ਤੋ ਇਹ ਇਸ ਤੋਂ ਇਲਾਵਾ ਸਾਡੇ ਕੋਲ ਕੋਈ ਰਸਤਾ ਨਹੀਂਗਾ। ਜਿਹੜੇ ਬੰਦੇ 30 ਸਾਲ ਤੋਂ ਅੱਜ ਤੱਕ ਜਵਾਬਦੇਹ ਹੀ ਨਹੀਂ ਕਿਤੇ, ਕਿੰਨਾ ਸਾਡਾ ਵੱਡਾ ਨੁਕਸਾਨ ਹੋਇਆ, ਜਾਨੀ, ਮਾਲੀ, ਅਖਲਾਕੀ। ਅਸੀਂ, ਸਾਡੀ ਪੱਤ ਰੁਲ ਗਈ ਸਾਡੇ ਹਿੰਦੁਸਤਾਨ ਦੇ ਸ਼ਹਿਰਾਂ 'ਚ ਤੇ ਗਲੀਆਂ 'ਚ, ਪਰ ਇਹ ਪਰਿਵਾਰ ਕਿਤੇ ਜਵਾਬਦੇਹ ਨਹੀਂ ਹੋ ਰਿਹਾ। ਇਹ ਸਾਨੂੰ ਇਸ ਤੋਂ ਜਵਾਬ ਲੈਣ ਲਈ ਇੱਕੋ ਇੱਕ ਤਰੀਕਾ ਕਿ ਤੁਸੀਂ ਪ੍ਰਬੰਧਕ ਕਮੇਟੀ ਜਿਹੜੀ ਆ ਇਸ ਤੋਂ ਲੈ ਲਓ ਪਰਿਵਾਰ ਤੋਂ। ਸਾਡੇ ਕੋਲ ਸਮਰੱਥਾ ਆ, ਸਾਡੇ ਕੋਲ ਸਿੱਖ ਨੇ ਜਿਹੜੇ ਰਿਟਾਇਰ ਨੇ, ਜਿਨ੍ਹਾਂ ਕੋਲ ਤਜਰਬਾ ਤੇ ਗਿਣਤੀ ਉਹਨਾਂ ਦੀ ਹਜ਼ਾਰਾਂ 'ਚ। ਅਸੀਂ ਇੱਕ ਮਹੀਨਾ ਉਹਨਾਂ ਦੀ ਸੇਵਾ ਲਈਏ ਤੇ ਸਾਨੂੰ ਕਿਸੇ ਨੂੰ ਨੌਕਰ ਰੱਖਣ ਦੀ ਲੋੜ ਨਹੀਂ। ਤੋ ਇਹ ਸਾਰਾ ਕੁਝ ਕਰਨ ਲਈ ਅਸੀਂ ਸੰਗਤ ਦੇ ਚਰਨਾਂ 'ਚ ਬੇਨਤੀ ਕਰਾਂਗੇ ਕਿ ਜਿੰਨੀ ਦੇਰ ਤੱਕ ਇਸ ਬਾਦਲ ਪੰਥੀ ਪਰਿਵਾਰ ਨੂੰ ਤੇ ਉਹਨਾਂ ਦੇ ਗਾਂ ਜਿਹੜੇ ਪਿਆਦੇ ਨੇ ਉਹਨਾਂ ਦਾ ਬਾਈਕਾਟ ਨਹੀਂ ਕਰੋਗੇ ਪਿੰਡਾਂ 'ਚ, ਉਹਨਾਂ ਦੇਰ ਤੱਕ ਇਹ ਸਾਨੂੰ ਜਸਟਿਸ ਨਹੀਂ ਮਿਲ ਸਕਦਾ। ਦਸਮ ਪਾਤਸ਼ਾਹ ਦੀ ਆਤਮਾ ਰੁਲੀ ਆ ਤੇ ਗਾਂ ਵੀ ਰੁਲੂਗੀ, ਸੌਦੇਬਾਜ਼ੀਆਂ ਹੋਈਆਂ ਤੇ ਗਾਂ ਵੀ ਹੁੰਦੀਆਂ ਨੇ। ਇੱਕ ਮੈਂ ਅਖੀਰ ਤੇ ਤੁਹਾਨੂੰ ਜਾਣਕਾਰੀ ਦੇਣੀ ਚਾਹੁੰਦਾ ਕਿ ਜਿਹੜੇ ਕਹਿੰਦੇ ਨੇ ਸਰੂਪ ਵੇਚ ਦਿੱਤੇ ਮੁਲਾਜ਼ਮਾਂ ਨੇ, ਇਹ ਗਲਤ ਗੱਲ ਆ। ਮੈਨੂੰ ਪਤਾ ਹੈ ਸਰੂਪ ਵਿਕੇ ਆ, ਪਰ ਵਿਕਦੇ ਸੀ ਜਦੋਂ ਚਤਰ ਸਿੰਘ ਜੀਵਨ ਸਿੰਘ ਇੱਥੇ ਇਹ ਜਿਹੜੀ ਬੁੱਕ ਹਾਊਸ ਆ ਪ੍ਰਬੰਧਕ ਕਮੇਟੀ ਦੀ, ਉੱਥੇ ਜਿਹੜਾ ਮੁਲਾਜ਼ਮ ਬੈਠਦਾ ਸੀ, ਜਿਹੜਾ ਮੈਨੇਜਰ ਬੈਠਦਾ ਸੀ, ਉਹਨੂੰ ਕਮਿਸ਼ਨ ਦੇ ਕੇ ਆਪਣੇ ਸਰੂਪ ਦੇ ਦਿੰਦੇ ਸੀ ਤੇ ਉਹ ਵੇਚਦਾ ਹੁੰਦਾ ਸੀ। ਪ੍ਰਬੰਧਕ ਕਮੇਟੀ ਦੇ ਛਾਪੇ ਹੋਏ ਸਰੂਪ ਇਸ ਤਰ੍ਹਾਂ ਨਹੀਂ ਕਦੀ ਵਿਕੇ, ਨਾ ਵਿਕ ਸਕਦੇ ਆ। ਪ੍ਰੋਸੈਸ ਬੜਾ ਲੰਬਾ, ਤੋ ਇਹ ਸਾਨੂੰ ਸਾਡੀਆਂ ਅੱਖਾਂ 'ਚ ਘੱਟਾ ਪਾ ਰਿਹਾ। ਤੋ ਮੈਂ ਸਮੂਹ ਸੰਗਤਾਂ ਦੇ ਚਰਨਾਂ 'ਚ ਇਹ ਬੇਨਤੀ ਕਰਦਾ ਕਿ ਆਪਣਾ ਪ੍ਰਭਾਵ, ਆਪਣੀ ਸਮਰੱਥਾ, ਆਪਣੀ ਡਿਊਟੀ ਜਿਹੜੀ ਸਾਨੂੰ ਦਸਮ ਪਾਤਸ਼ਾਹ ਨੂੰ ਜਿਹੜੀ ਸਮਰਪਿਤ ਭਾਵਨਾ ਤੁਹਾਡੀ, ਉਹਨੂੰ ਤੁਸੀਂ ਅੱਗੇ ਲਿਆਓ, ਸਾਡੇ ਨਾਲ ਖੜੋ, ਆਪਾਂ ਇਸ ਦਾ ਹਿਸਾਬ ਕਿਤਾਬ ਲਈਏ। ਇਹ ਸੈਂਕੜੇ ਬੀੜਾਂ ਨੇ ਤੇ ਅਜੇ ਹੋਰ ਨਿਕਲਣਗੀਆਂ, ਪਰ ਸਾਨੂੰ ਤੇ ਇੱਕ ਬੀੜ ਵੀ ਜੇ ਚਲੀ ਜਾਵੇ ਤੇ ਉਹ ਸਾਡੇ ਲਈ ਮੌਤ ਆ। ਤੇ ਅਸੀਂ ਮਹਿਸੂਸ ਕਰਦੇ ਆ ਕਿ ਤੁਸੀਂ ਸਾਨੂੰ ਸਹਿਯੋਗ ਦਿਓਗੇ, ਤੁਹਾਡਾ ਅਸੀਂ ਇੰਤਜ਼ਾਰ ਕਰਾਂਗੇ, ਤੁਹਾਡੀ ਵੇਟ ਕਰਾਂਗੇ। ਤੁਸੀਂ ਸਾਡੇ ਕਾਫਲੇ ਦੇ ਨਾਲ ਰਲੋ ਤੇ ਖਾਸ ਕਰਕੇ ਪ੍ਰਬੰਧਕ ਕਮੇਟੀ ਮੈਂਬਰ ਜਿਹੜੇ ਅੱਜ ਪ੍ਰਬੰਧਕ ਕਮੇਟੀ ਦੇ ਮੌਜੂਦਾ ਮੈਂਬਰ ਨੇ, ਇਹਨਾਂ ਤੋਂ ਆਸ ਰੱਖਾਂਗੇ ਇਹ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਨੂੰ ਵਾਪਸੀ, ਉਹਨਾਂ ਦੀ ਵਾਪਸੀ ਲਈ ਉਹ ਕਿਹਦੇ ਹੁਕਮ ਨਾਲ ਗਏ ਤੇ ਕਿੱਥੇ ਗਏ, ਇਹ ਜਾਣਕਾਰੀ ਲੈਣ ਲਈ ਸਾਡਾ ਸਹਿਯੋਗ ਕਰਨਗੇ। ਤੇ ਸਮੂਹ ਸੰਗਤ ਦਾ ਬਹੁਤ ਬਹੁਤ ਧੰਨਵਾਦ। ਅਸੀਂ ਇਸ ਆਸ ਦੇ ਵਿੱਚ ਕਿ ਤੁਸੀਂ ਸਾਨੂੰ ਸਹਿਯੋਗ ਦਿਓਗੇ, ਸਾਡੇ ਨਾਲ ਬਾਂਹ ਬਣ ਕੇ ਖੜੋਗੇ, ਇੱਕ ਦੀਵਾਰ ਦੀ ਤਰ੍ਹਾਂ ਤੁਹਾਡੀ ਸਪੋਰਟ ਸਾਡੇ ਨਾਲ ਖੜੀ ਹੋਊਗੀ ਤੇ ਅਸੀਂ ਇਹਦਾ ਮੁਕਾਬਲਾ ਕਰਕੇ ਤੁਹਾਨੂੰ ਰਿਜ਼ਲਟ ਦੇਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਪਿਆਰਿਓ, ਅੰਤ ਤੱਕ ਗੱਲ ਇੱਕੋ ਹੀ ਕਹਿਣੀ ਚਾਹਾਂਗੇ ਕਿ ਅਗਰ ਸਾਡੀਆਂ ਸਰਮੋਰ ਜਥੇਬੰਦੀਆਂ ਤੇ ਕਾਬਜ਼ ਸਾਡੇ ਉੱਚ ਅਹੁਦੇਦਾਰ ਚੰਗੇ ਹੋਣ, ਉਹਨਾਂ ਦੀ ਨੀਅਤ ਸਾਫ਼ ਹੋਵੇ ਤਾਂ ਅਜਿਹੀ ਕੋਈ ਸ਼ੈ ਨਹੀਂ ਜਿਸ ਨੂੰ ਅਸੀਂ ਮਾਤ ਨਹੀਂ ਪਾ ਸਕਦੇ, ਜਿਸ ਨੂੰ ਅਸੀਂ ਆਪਣੇ ਕਬਜ਼ੇ ਵਿੱਚ ਨਹੀਂ ਕਰ ਸਕਦੇ, ਜਾਂ ਅਜਿਹਾ ਕੋਈ ਗੁਨੇਗਾਰ ਨਹੀਂ ਜਿਸ ਨੂੰ ਅਸੀਂ ਸਜ਼ਾ
ਨਹੀਂ ਦੇ ਸਕਦੇ। ਪਰ ਜਦੋਂ ਆਪਣਾ ਹੀ ਸਿੱਕਾ ਖੋਟਾ ਹੋਵੇ ਤਾਂ ਫਿਰ ਦੂਜਿਆਂ ਨੂੰ ਅਸੀਂ ਕੀ ਲਾਂਭੇ ਦੇਣੇ ਆ। ਇਸ ਲਈ ਹੁਣ ਇਹ ਪੰਜਾਬ ਦੀ ਆਵਾਮ ਨੇ ਤੈਅ ਕਰਨਾ ਹੈ ਕਿ ਉਹਨਾਂ ਨੂੰ ਜਾਪਦਾ ਹੈ ਕਿ ਸਾਡੀਆਂ ਸਰਮੋਰ ਜਥੇਬੰਦੀਆਂ ਤੇ ਜੋ ਅਹੁਦੇਦਾਰ ਕਾਬਜ਼ ਹੋ ਕੇ ਬੈਠੇ ਨੇ ਉਹ ਵਾਕਈ ਹੀ ਹੱਕ ਸੱਚ ਦੀ ਆਵਾਜ਼ ਬਣ ਕੇ ਕੌਮ ਦੇ ਪ੍ਰਤੀ ਆਪਣੇ ਫਰਜ਼ ਨਿਭਾ ਰਹੇ ਨੇ, ਸਹੀ ਫੈਸਲੇ ਕਰ ਰਹੇ ਨੇ, ਜਾਂ ਅਜੇ ਵੀ ਸਿਆਸੀ ਧਿਰਾਂ ਦਾ ਹੱਥ ਠੋਕਾ ਬਣ ਕੇ ਉਹ ਚੱਲ ਰਹੇ ਨੇ ਅਤੇ ਕੌਮ ਨੂੰ ਡੂੰਘੀ ਖਾਈ ਵਿੱਚ ਧੱਕ ਰਹੇ ਨੇ, ਨੌਜਵਾਨੀ ਨੂੰ ਕਾਲੇ ਹਨੇਰੇ ਵੱਲ ਘੱਲ ਰਹੇ ਨੇ। ਤੇ ਜੇਕਰ ਵਾਕਈ ਹੀ ਤੁਸੀਂ ਚਾਹੁੰਦੇ ਹੋ ਕਿ ਪੰਜਾਬ ਨੂੰ ਬਚਾਇਆ ਜਾ ਸਕੇ, ਸਿੱਖ ਕੌਮ ਦੀ ਚੜ੍ਹਦੀ ਕਲਾ ਕੀਤੀ ਜਾ ਸਕੇ, ਤਾਂ ਸਾਨੂੰ ਸਾਡੇ ਵੱਡੇ ਅਦਾਰਿਆਂ ਵਿੱਚ ਕਾਬਜ਼ ਹੋਈਆਂ ਨਰੈਣੂ ਮਹੰਤ ਦੀਆਂ ਔਲਾਦਾਂ ਬਾਹਰ ਕੱਢਣੀਆਂ ਹੋਣਗੀਆਂ ਤਾਂ ਜੋ ਸਾਡੀਆਂ ਸਿਰਮੌਰ ਜਥੇਬੰਦੀਆਂ ਹੱਕ ਸੱਚ ਦੀ ਗੱਲ ਇੱਕ ਠੋਕ ਕੇ ਕਰ ਸਕਣ, ਬਿਨਾਂ ਕਿਸੇ ਸਿਆਸੀ ਦਬਾਅ ਦੇ ਹਰ ਕਿਸੇ ਦੀ ਬਾਂਹ ਫੜ ਸਕਣ, ਹਰ ਕਿਸੇ ਨੂੰ ਗੁਰੂ ਦੀ ਗੋਲਕ ਦਾ ਸਹਾਰਾ ਮਿਲ ਸਕੇ। ਤੁਸੀਂ ਸਭ ਇਸ ਮਸਲੇ ਤੇ ਕੀ ਸੋਚਦੇ ਹੋ? ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ। ਵੀਡੀਓ ਚੰਗੀ ਲੱਗੀ ਹੋਵੇ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।